ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਅੱਖਰਾਂ ਦਾ ਸਰਨਾਮਾ ਪ੍ਰੋਗਰਾਮ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪਾਂ ਗੱਲ ਕਰ ਰਹੇ ਸਾਂ ਡਾਕਟਰ ਦਲਜੀਤ ਸਿੰਘ ਵਿਰਕ ਜੀ ਦੇ ਨਾਲ ਮਨੁੱਖ ਦੇ ਵਿਕਾਸ ਦੀ ਯਾਤਰਾ ਦੇ ਬਾਰੇ। ਜਿੱਥੇ ਕੋਈ ਗੱਲ ਪਹੁੰਚੀ ਸੀ ਪਿਛਲੇ ਐਪੀਸੋਡ ਦੇ ਵਿੱਚ, ਉੱਥੋਂ ਕੋਈ ਗੱਲ ਸ਼ੁਰੂ ਕਰਨੀ ਹੈ। ਗੱਲ ਕਰਦਿਆਂ ਕਰਦਿਆਂ ਇੱਥੇ ਆ ਕੇ ਗੱਲ ਛੱਡੀ ਗਈ ਸੀ ਕਿ ਮਨੁੱਖ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਔਰ ਕਿਉਂਕਿ ਜੂਨਾਂ ਦੇ ਵਿੱਚੋਂ ਲੰਘ ਕੇ ਆਇਆ ਹੈ, ਪ੍ਰਮਾਤਮਾ ਤੋਂ ਪੈਦਾ ਹੋਇਆ, ਇਸ ਕਰਕੇ ਪ੍ਰਮਾਤਮਾ ਰੂਪ ਹੋ ਕੇ ਹੀ ਉਹਦੀ ਯਾਤਰਾ ਸੰਪੂਰਨ ਹੋਣੀ ਹੈ। ਪਰ ਜੂਨਾਂ ਚੋਂ ਲੰਘ ਕੇ ਆਇਆ, ਆਪਣੇ ਨਾਲ ਕੁਛ ਅਸਰਾਤ, ਕੁਛ ਅੰਸ਼ ਵੱਖ-ਵੱਖ ਜੂਨਾਂ ਦੇ ਲੈ ਆਇਆ ਹੈ। ਜੇ ਨਾ ਸੰਭਲੇ ਤਾਂ ਪਿਛਾਂ ਵੱਲ ਨੂੰ ਵੀ ਡਿੱਗ ਸਕਦਾ ਹੈ, ਵੱਖ-ਵੱਖ ਜੂਨਾਂ 'ਚ ਵੀ ਜਾ ਸਕਦਾ ਹੈ। ਔਰ ਜਿਹੜੀ ਸਤਿਗੁਰੂ ਨੇ ਥਿਊਰੀ ਦਿੱਤੀ ਹੈ, ਗੁਰਮਤਿ ਦੀ, ਗੁਰਬਾਣੀ ਦੀ ਥਿਊਰੀ ਹੈ ਜਿਹੜੀ ਮਨੁੱਖ ਦੇ ਵਿਕਾਸ ਦੀ, ਇਹ ਸਾਇੰਸ ਦੇ ਨਾਲ ਮਿਲਦੀ ਜੁਲਦੀ ਬਿਲਕੁਲ ਹੈ ਔਰ ਬਾਕੀ ਧਰਮਾਂ ਨਾਲੋਂ ਬਹੁਤ ਅਗਾਂਹ-ਵਧੂ ਥਿਊਰੀ ਹੈ ਗੁਰੂ ਨਾਨਕ ਸਾਹਿਬ ਦੀ। ਔਰ ਮੇਰਾ ਸਵਾਲ ਸੀ ਪਿਛਲੇ ਚੱਲਦੇ ਹੋਏ ਪ੍ਰਕਰਨ ਦੇ ਨਾਲ ਹੀ ਮੈਂ ਗੱਲ ਕਰ ਦਿੱਤੀ ਸੀ ਜੀ, ਪੰਜ ਤੱਤਾਂ ਨਾਲ ਬਣੇ ਮਨੁੱਖ ਦੀ ਬਣਤਰ ਵਿੱਚ ਇਹ ਪੰਜੇ ਤੱਤ ਕਿਹੜੇ ਆ ਤੇ ਕਿਵੇਂ ਕਾਰਜ ਕਰਦੇ ਆ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਆਪਾਂ ਮਨੁੱਖ ਦੀ ਬਣਤਰ ਦੀ ਗੱਲ ਕਰੀਏ, ਬਣਤਰ ਦੇ ਵਿੱਚ ਜੀਵ ਆਤਮਾ ਇੱਕ ਹੈ ਸਾਡੀ, ਜੀ ਹਾਂ, ਫਿਰ ਸਰੀਰ ਆ, ਜੀ ਹਾਂ, ਤੇ ਫਿਰ ਉਹਦੇ ਵਿੱਚ ਪ੍ਰਾਣ ਆ। ਤਿੰਨ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਆ। ਤੁਮ ਸਭ ਸਾਜੇ ਸਾਜ ਨਵਾਜੇ, ਜੀਓ ਪਿੰਡ ਦੇ ਪ੍ਰਾਣਾ। ਮਨ, ਆਤਮਾ ਤੇ ਸਰੀਰ, ਆਪਾਂ ਇਹਦੀ ਗੱਲ ਫੇ ਆਹ ਪੰਜਾਂ ਤੱਤਾਂ ਦੀ ਗੱਲ ਹਾਂ, ਮਤਲਬ ਹੁਣ ਆਤਮਾ ਵੀ ਇੱਕ ਤਾਂ ਆਤਮਾ ਹੈਗੀ ਆ, ਸਾਰੀ ਸ੍ਰਿਸ਼ਟੀ ਦੀ ਆਤਮਾ ਉਹ ਇੱਕ ਹੀ ਹੈ। ਫਿਰ ਆ ਜਾਂਦੀ ਜੀਵ ਆਤਮਾ। ਜੀਵ ਆਤਮਾ ਜਿਹੜੀ ਆ ਉਹ ਕਿਸੇ ਵਿਅਕਤੀਗਤ ਤੌਰ ਦੇ ਉੱਤੇ ਜਿਹੜੀ ਆ ਜਾਂਦੀ ਉਹਨੂੰ ਜੀਵ ਆਤਮਾ ਕਹਿ ਦਿੰਦੇ ਆ। ਜਿਹੜਾ ਸਰੀਰ ਆ, ਸਰੀਰ ਇੱਕ ਸਥੂਲ ਚੀਜ਼ ਹੈ, ਇਹ ਆਤਮਾ ਦਾ ਘਰ ਹੈ। ਇਹ ਰਕਤ ਤੇ ਬਿੰਦ ਤੋਂ ਬਣਦਾ ਹੈ ਜੀ, ਤੇ ਇਸ ਦੇ ਵਿੱਚ ਜਿਹੜੇ ਆ ਤੱਤਾਂ ਦੀ ਆਪਾਂ ਜੇ ਇੱਕ ਗੱਲ ਕਰੀਏ, ਜਿਹੜੇ ਪ੍ਰਾਣ ਆ ਇਹਦਾ ਥੰਬ ਆ। ਹਾਂਜੀ, ਸਰੀਰ ਨੂੰ ਚਲਾਉਣ ਵਾਸਤੇ ਪ੍ਰਾਣ ਬਹੁਤ ਜ਼ਰੂਰੀ। ਪ੍ਰਾਣ ਨਿਕਲੇ, ਫੂਕ ਨਿਕਲ ਗਈ ਜੀ, ਤੇ ਬੰਦਾ ਜਿਹੜਾ ਉਹ ਖਤਮ ਹੋ ਜਾਂਦਾ ਹੈ। ਤੇ ਇਹਦੇ ਵਿੱਚ ਅੱਗੇ ਜਾ ਕੇ ਫਿਰ ਅੱਗੇ ਗੱਲਾਂ ਆਉਂਦੀਆਂ ਜਿਹੜਾ ਆਪਾਂ ਵਿਆਹ 'ਚ ਕਰਾਂਗੇ, ਵਿੱਚ ਮਨ ਆ ਜਾਂਦਾ ਹੈ। ਹੁਣ ਇਹ ਜਿਹੜਾ ਸਰੀਰ ਹੈ ਸਾਰਾ ਜਿਹੜਾ ਬਣਿਆ ਮਨੁੱਖ ਦਾ, ਇਹ ਸਰੀਰ ਦੇ ਕੋਸ਼ ਬਣ ਜਾਂਦੇ ਇਸ ਤਰੀਕੇ ਦੇ ਨਾਲ ਜੀ। ਪੰਜ ਕੋਸ਼ਾਂ ਵਿੱਚ ਇਹਨੂੰ ਵੰਡ ਸਕਦੇ ਆ। ਅੰਨਮय ਕੋਸ਼, ਅੰਨਮय ਦਾ ਕੋਸ਼ ਦਾ ਮਤਲਬ ਹੈ ਜਿਹੜਾ ਸਥੂਲ ਸਰੀਰ ਆ, ਜਿਹੜਾ ਅੰਨ ਦੇ ਨਾਲ ਚੱਲ ਜਾਂਦਾ। 3.5 ਮਣ ਦੇਹਰੀ ਚੱਲੇ ਪਾਣੀ ਅੰਨ ਕਹਿ ਦਿੱਤਾ ਬਾਬਾ ਫਰੀਦ ਜੀ ਨੇ। ਦੂਜਾ ਆ ਪ੍ਰਾਣਮय ਕੋਸ਼। ਪ੍ਰਾਣਮय ਜਿਹੜਾ ਪ੍ਰਾਣਾ ਤੇ ਬੇਸ ਆ। ਪ੍ਰਾਣਮय ਕੋਸ਼ ਦੇ ਵਿੱਚ ਪੰਜ ਜਿਹੜੇ ਕਰਮ ਇੰਦਰੀ ਆ ਨਾ, ਉਹ ਤੇ ਨਾਲ ਪ੍ਰਾਣ, ਇਹ ਇਹਨਾਂ ਦਾ ਕਾਰਜ ਸ਼ੈਲੀ ਆ ਜੀ। ਜਿਹੜੀ ਪ੍ਰਾਣਾਂ ਦੀ ਕਾਰਜ ਸ਼ੈਲੀ ਆ, ਹਵਾਈ ਹਿੱਸਾ ਜਿਹਨੂੰ ਕਹਿ ਦਈਏ ਸਰੀਰ ਦਾ। ਤੁਮ ਸਭ ਸਾਜੇ ਸਾਜ ਨਵਾਜੇ, ਜੀਓ ਦੇ ਪਿੰਡ ਦੇ ਪ੍ਰਾਣਾ। ਪ੍ਰਾਣ ਜਿਹੜਾ ਇਹ ਇੱਕ ਜ਼ਰੂਰੀ ਆ। ਸੋ ਪੰਜ ਕਰਮ ਇੰਦਰੀਆਂ ਜਿਹੜੀਆਂ ਸਥੂਲ ਸਰੀਰ ਦਾ ਪਾਰਟ ਹੈਗੀਆਂ, ਤੇ ਪਲੱਸ ਪ੍ਰਾਣ ਜਿਹੜੇ ਆ ਇਹ ਇਹਦਾ ਕਾਰਜ ਖੇਤਰ ਆ। ਤੀਜਾ ਜਿਹੜਾ ਕੋਸ਼ ਆ ਉਹ ਹੈਗਾ ਆ ਮਨੋਮय ਕੋਸ਼। ਮਨੋਮय ਕੋਸ਼ ਜਿਹੜਾ ਆ ਉਹ ਪੰਜ ਗਿਆਨ ਇੰਦਰੀ ਜਿਹੜੇ ਆ ਉਹ ਮਨ ਦੇ ਨਾਲ ਰਲ ਕੇ ਇਹ ਕੋਸ਼ ਬਣਾਉਂਦੇ। ਮਨ ਵੀ ਐਕਟਿਵ ਹੁੰਦਾ ਤੇ ਉਹਦੇ ਨਾਲ ਪੰਜ ਗਿਆਨ ਇੰਦਰੀ, ਕੋਈ ਮਨ ਨੇ ਕੰਮ ਗਿਆਨ ਲੈਣਾ ਇੰਦਰੀਆਂ ਤੋਂ। ਸੋ ਇਹਦੇ ਵਿੱਚ ਮਨ ਦੇ ਨਾਲ ਚਿੱਤ ਇਹ ਇੱਕ ਜੁੜਦਾ, ਇਹਦੇ ਨਾਲ ਇਹ ਮਨ ਦਾ ਪਾਰਟ ਹੀ ਬਣ ਜਾਂਦਾ। ਇਹ ਇੱਥੇ ਐਕਟੀਵੇਟ ਹੁੰਦੇ ਆ ਤੇ ਬਾਹਰਲਾ ਗਿਆਨ ਇੰਦਰੀਆਂ ਤੋਂ ਲੈਂਦੇ ਆ। ਤੀਜਾ ਜਿਹੜਾ ਉਹ ਗਿਆਨਮय ਕੋਸ਼ ਆ। ਗਿਆਨਮय ਕੋਸ਼ ਪੰਜ ਗਿਆਨ ਇੰਦਰੀ, ਉਹਨਾਂ ਦੇ ਨਾਲ ਬੁੱਧੀ ਰਲਦੀ ਆ ਜੀ। ਗਿਆਨ ਇੰਦਰੀ ਪਲੱਸ ਬੁੱਧੀ ਜਿਹੜੀ ਆ, ਇਹ ਬਲਕਿ ਕੋਈ ਗਿਆਨ ਆਉਂਦਾ ਉਹਨੂੰ ਵਿਸ਼ਲੇਸ਼ਣ ਕਰਕੇ ਅੱਗੇ ਤੋਰਦੇ ਆ, ਜਿਸ ਕਰਕੇ ਗਿਆਨਮय ਕੋਸ਼ ਆ। ਤੇ ਅਖੀਰਲਾ ਕੋਸ਼ ਆ ਆਨੰਦਮय ਕੋਸ਼। ਆਨੰਦਮय ਕੋਸ਼ ਆ ਜਿੱਥੇ ਕਿ ਪਰਮਾਤਮਾ ਰੂਪ ਆਨੰਦ ਸਰੂਪ ਆਤਮਾ ਦਾ ਵਾਸ ਕਹਿ ਲਓ, ਉਹ ਆਤਮਾ ਦੇ ਕੰਟਰੋਲ ਥੱਲੇ ਹੈਗੀ ਆ, ਜਿੱਥੇ ਆਤਮਾ ਦੀ ਰੌ ਚੱਲਦੀ ਆ ਤੇ ਸਾਰਿਆਂ ਕੋਸ਼ਾਂ ਵਿੱਚ ਚੱਲਦੀ ਆ। ਉਹ ਸਿਰਫ ਇੱਥੇ ਨਹੀਂ ਸੀਮਤ, ਇੱਥੋਂ ਸ਼ੁਰੂ ਹੋ ਕੇ ਸਾਰਿਆਂ ਕੋਸ਼ਾਂ ਵਿੱਚ ਚੱਲਦੀ। ਉਹਨਾਂ ਦਾ ਫਰਕਾ ਕੋਈ ਨਹੀਂ ਹੈਗਾ। ਆਤਮਮय ਰਾਮ, ਰਾਮਮय ਆਤਮ, ਚੀਨਸ ਗੁਰ ਵਿਚਾਰਾ। ਤੇ ਜਿਹੜੇ ਪਹਿਲੇ ਚਾਰ ਕੋਸ਼ ਗੱਲ ਕੀਤੀ ਹੈ ਨਾ, ਜੇ ਇਹਨਾਂ ਦਾ ਬੈਲੈਂਸ ਖਰਾਬ ਹੋ ਜਾਏ ਨਾ, ਫਿਰ ਬਿਮਾਰੀਆਂ ਆਉਂਦੀਆਂ, ਮਾਨਸਿਕ ਬਿਮਾਰੀਆਂ ਇਹਨਾਂ ਤੋਂ ਲੱਗਦੀਆਂ ਹਨ। ਤੇ ਜਿਹੜਾ ਪੰਜ ਤੱਤਾਂ ਦੀ ਤੁਸੀਂ ਗੱਲ ਕੀਤੀ ਹੈ ਜਿਨ੍ਹਾਂ ਤੋਂ ਆਪਾਂ ਸਰੀਰ ਬਣਦਾ ਜੀ, ਜੇ ਉਸ ਦੀ ਆਪਾਂ ਗੱਲ ਕਰੀਏ, ਮਨੁੱਖੀ ਸਰੀਰ ਦੇ ਵਿੱਚ ਪਾਣੀ, ਅਗਨੀ, ਮਿੱਟੀ, ਹਵਾ, ਇਹਨਾਂ ਤੋਂ ਮੇਲ ਤੋਂ ਇਹ ਬਣਦਾ। ਤੇ
ਪੰਜਵਾਂ ਆਕਾਸ਼ ਆ ਜਾਂਦਾ, ਜਿਹਦੇ ਵਿੱਚ ਇਹ ਠਹਿਰਦੀਆਂ ਨੇ ਚੀਜ਼ਾਂ। ਜੀ। ਉਹਨੂੰ ਜੇ ਆਪਾਂ ਕੱਢ ਵੀ ਦਈਏ ਤੇ ਮੂਲ ਜਿਹੜੇ ਆ ਇਹ 4 3 ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਪੌਣੇ ਪਾਣੀ ਅਗਨੀ ਕਾ ਮੇਲ, ਜੀ ਕਿਉਂਕਿ ਬੇਸਿਕ ਜਿਹੜੇ ਆ 3 ਪੌਣ ਪਾਣੀ ਤੇ ਅਗਨੀ ਜਿਹੜੀ ਹੈ ਬੇਸਿਕ ਆ ਜਾਂਦੀ ਹੈ, ਹਵਾ ਤੇ ਹੁੰਦੀ ਆ। ਇਸ ਕਰਕੇ ਇੱਥੋਂ ਲੈ ਕੇ ਪੌਣ ਪਾਣੀ ਅਗਨੀ ਦਾ ਮਿਲਿਆ, ਧਰਤੀ ਤੇ ਆਕਾਸ਼ ਤਾਂ ਹੋਣਾ ਹੀ ਹੋਣਾ, ਉਹ ਤੇ ਹੋਣਾ ਹੀ ਆ। ਇਸ ਕਰਕੇ ਆਦ ਕਰਕੇ ਕਹਿ ਦਿੰਦੇ ਆ ਵੀ ਆ 3 ਆਦ, ਤੇ ਇਹ 5 ਤੋਂ ਮੇਲ ਹੁੰਦਾ। ਚੰਚਲ ਚਪਤ ਬੁੱਧ ਚੱਪਲ ਬੁੱਧ ਕਾ ਖੇਲ, ਇਹਦੇ ਵਿੱਚ ਫਿਰ ਬੁੱਧ ਪਾ ਦਿੱਤੀ ਜੀ, ਨਾਲ ਮਨ ਚੰਚਲ ਪਾ ਦਿੱਤਾ। 9 ਦਰਵਾਜੇ 10ਵਾਂ ਦਵਾਰ ਬੁੱਝਰੇ ਗਿਆਨੀ ਇਹ ਵਿਚਾਰ, ਹਨਾ। ਇਹ ਸਤਿਗੁਰਾਂ ਨੇ ਕਿਹਾ ਜਦੋਂ ਇਹ ਸਰੀਰ ਮਰਦਾ ਨਾ ਤੇ ਸਰੀਰ ਦੇ ਨਾਲ ਜਿਹੜੀਆਂ ਬਾਹਰਲੀਆਂ ਚੀਜ਼ਾਂ ਉਹ ਮਰ ਜਾਂਦੀਆਂ। ਉਹਦੇ ਨਾਲ ਕੀ ਮਰਦਾ? ਇੱਕ ਤੇ ਸਰੀਰ ਦੇ ਪੰਜੇ ਇਹ ਮਰ ਜਾਂਦੇ ਨੇ, ਨਾਲ ਮੂਈ ਸੁਰਤ ਬਾਦ ਅਹੰਕਾਰ, ਤੇ ਉਹਦੇ ਨਾਲ ਸੁਰਤ ਬਾਦ ਅਹੰਕਾਰ ਮਾਨਸਿਕ ਪੱਖ ਦੇ ਜਿਹੜੇ ਲੱਗਦੇ ਨੇ ਨਾ ਚੀਜ਼ਾਂ, ਇਹ ਉਹਦੇ ਉਸ ਵੇਲੇ ਇਹ ਖਤਮ ਹੋ ਜਾਂਦੇ ਨੇ ਜੀ। ਤੇ ਇਹ ਜਿਹੜੇ ਪੰਜੇ ਤੱਤ ਨੇ ਨਾ, ਪੰਜਾਂ ਤੱਤਾਂ ਦੇ ਗੁਣ ਤੇ ਦੋਸ਼ ਆ ਜੀ, ਜਿਨ੍ਹਾਂ ਤੋਂ ਅਸੀਂ ਹਮੇਸ਼ਾ ਹੀ ਚਕਮਾ ਖਾਂਦੇ ਰਹਿੰਦੇ ਆ। ਦੋਸ਼ਾਂ ਦੇ ਕਰਕੇ ਤੁਸੀਂ ਗਲਤ ਕੰਮ ਕਰਦੇ ਆ, ਫੜੇ ਜਾਂਦੇ ਆ, ਤੇ ਜੇ ਗੁਣ ਵਿੱਚ ਬਦਲ ਜਾਣ ਤੇ ਉਹ ਸਾਨੂੰ ਚੰਗੇ ਪਾਸੇ ਲੈ ਜਾਂਦੇ ਨੇ। ਮੈਂ ਸਿਰਫ ਇਹਨਾਂ ਨੂੰ ਸਮਰੀ ਤੌਰ ਤੇ ਕਰੂੰਗਾ, ਇਸ਼ਾਰਾ ਹੀ ਕਰਨਾ, ਪਰ ਕੋਈ ਗੱਲ ਥੋੜਾ ਵਿਸਤਾਰ ਨਾਲ ਕਰ ਲਓ। ਹੁਣ ਦੇਖੋ ਗੱਲ ਕੀਤੀ ਜਾ ਸਕਦੀ। ਹੁਣ ਜਿਹੜੇ ਪਾਣੀ ਦੀ ਗੱਲ ਕਰੋ, ਹਾਂਜੀ, ਪਾਣੀ ਦਾ ਜਿਹੜਾ ਦੋਸ਼ ਆ ਨਾ ਉਹ ਹੈਗਾ ਰਸ। ਤੁਸੀਂ ਰਸ ਦੇ ਮਗਰ ਲੱਗ ਜਾਓ ਤੇ ਇਹ ਪਾਣੀ ਦਾ, ਇਹ ਪਾਣੀ ਤੱਤ ਦਾ ਜਿਹੜਾ ਇਹ ਤੁਹਾਡੇ ਵਿੱਚ ਦੋਸ਼ ਆ ਜਾਣਾ। ਇਹਨੂੰ ਤੁਸੀਂ ਗੁਣ ਵਿੱਚ ਵੀ ਬਦਲ ਸਕਦੇ ਆ ਜੇ, ਕਿਉਂਕਿ ਜਿਹੜਾ ਰਸ ਜਿਹੜਾ ਕਿੱਦਾਂ ਲਈਦਾ ਜ਼ੁਬਾਨ ਦੇ ਨਾਲ। ਹਾਂਜੀ, ਤੇ ਜਿਹੜਾ ਗਿਆਨ ਇੰਦਰਾ ਇਹਦਾ ਰਸਨਾ ਆ, ਜੀਭ ਆ। ਸੋ ਪਾਣੀ ਦਾ ਜਿਹੜਾ ਗੁਣ ਆ ਜਾਂ ਦੋਸ਼ ਆ ਉਹ ਰਸ ਆ, ਤੇ ਉਹਦਾ ਜਿਹੜਾ ਗਿਆਨ ਇੰਦਰਾ ਉਹ ਰਸਨਾ ਆ, ਜੀਭ ਆ। ਜੀਭ ਦੇ ਨਾਲ ਤੁਸੀਂ ਰਸ ਲੈਂਦੇ ਆ, ਇਹ ਪਾਣੀ ਦਾ ਗੁਣ ਆ। ਔਰ ਇਹ ਮੱਛੀ ਜਿਹੜੀ ਆ ਉਹ ਇਹਦਾ ਸਿੰਬਲੀ ਦਿੱਤੀ ਸਤਿਗੁਰਾਂ ਨੇ। ਤੇ ਜਿਹੜੀ ਨਿੰਦਿਆ ਕਰਨੀ ਆ ਨਾ, ਇਹ ਇਹਦਾ ਦੋਸ਼ ਆ। ਕਿਸੇ ਦੀ ਮੂੰਹ ਦੇ ਨਾਲ ਨਿੰਦਿਆ ਕਰਨੀ, ਮਿੱਠਾ ਨਹੀਂ ਬੋਲਣਾ, ਗੰਦਾ ਬੋਲਣਾ, ਇਹ ਕੌੜਾ ਬੋਲਣਾ, ਸਾਰਾ ਇਹ। ਤੇ ਜੇ ਜੇਬਾਂ ਨੂੰ ਪਰਮਾਤਮਾ ਦੀ ਉਸਤ ਵਿੱਚ ਲਾ ਦਈਏ ਤੇ ਉਹਦਾ ਗੁਣ ਬਣ ਗਿਆ, ਫਿੱਕਾ ਨਾ ਗਲਾਏ, ਹਨਾ, ਤੇ ਮਿੱਠਤ ਨੀਵੀਂ ਨਾਨਕਾ, ਮਤਲਬ ਇਹ ਇਹਦੇ ਗੁਣ ਵਿੱਚ ਬਦਲ ਜਾਂਦਾ। ਇਹ ਗੁਣਾਂ ਤੋਂ ਆਪਾਂ ਫਾਇਦਾ ਲਾ ਸਕਦੇ ਹਾਂ। ਅੱਗੇ ਹੈਗੀ ਅੱਗ। ਅੱਗ ਜਿਹੜੀ ਅਗਨੀ ਆ, ਅਗਨੀ ਤੋਂ ਰੂਪ ਆ ਦੋਸ਼ ਇਹਦਾ। ਅਗਨੀ ਤੋਂ ਤੁਸੀਂ ਰੂਪ ਆਪਾਂ ਕਿਸੇ ਦੇ ਰੂਪ ਦੀ ਤੁਲਨਾ ਵੀ ਆਮ ਤੌਰ ਤੇ ਕਵੀ ਅਗਨੀ ਨਾਲ ਹੀ ਕਰਦੇ ਆ। ਤੇ ਇਹਦਾ ਜਿਹੜਾ ਨਾ ਗਿਆਨ, ਜਿਹੜਾ ਕਰਮ ਇੰਦਰਾ, ਉਹ ਅੱਖਾਂ ਆ। ਅੱਖਾਂ ਦੇ ਨਾਲ ਤੁਸੀਂ ਕਿਸੇ ਦਾ ਰੂਪ ਦੇਖਦੇ ਆ, ਤੇ ਰੂਪ ਅਗਨੀ ਤੋਂ ਆਉਂਦਾ। ਜਦੋਂ ਗੁੱਸਾ ਚੜਦਾ ਅੱਖਾਂ ਅੱਗ ਵੀ ਵਰਸਾਉਂਦੀਆਂ। ਤੇ ਇਹਦੀ ਸਿੰਬਲੀ ਜਿਹੜੀ ਸਤਿਗੁਰਾਂ ਨੇ ਦਿੱਤੀ ਉਹ ਲਾਠ ਦੇ ਉੱਤੇ ਪਤੰਗੇ ਦੇ ਮਰਨ ਦੀ ਆ। ਪਤੰਗਾ ਜਾਂਦਾ ਆ, ਉਹ ਅੱਖਾਂ ਦੇ ਕਰਕੇ ਜਾਂਦਾ, ਅੱਗ ਦੇ ਉੱਤੇ ਜਾਂਦਾ, ਰੂਪ ਕਰਕੇ ਜਾਂਦਾ। ਸੋ ਰੂਪ ਦੇ ਵਿੱਚ ਆ ਜਾਂਦਾ ਭੈੜਾ ਨਾ ਕਿਸੇ ਦੇਖਣਾ, ਇਹ ਦੋਸ਼ ਆ। ਇਹ ਮਤਲਬ ਚੰਗਾ ਗੁਣ ਆ ਜੇ ਤੁਸੀਂ ਚੰਗੀਆਂ ਬੰਗੀਆਂ ਜਿਹੜੀਆਂ ਔਗੁਣ ਵੀ ਆ ਤੇ ਗੁਣ ਵੀ ਦੋਨੇ ਆ। ਜਿਹੜੇ ਦੋਵਾਂ ਅੱਖਾਂ ਜਿਹੜੀਆਂ ਨਾ ਵਿਆਪਕ ਰੂਪ ਤੇ ਕਹਿ ਲਓ ਸਾਰੇ ਥਾਈਂ ਪਰਮਾਤਮਾ ਦੇ ਦਰਸ਼ਨ ਹੋਣ, ਇਹ ਉਹਦਾ ਗੁਣ ਬਣ ਜਾਂਦਾ ਹੈ। ਹਨਾ, ਚੰਗੀਆਂ ਤੇ ਮਾੜੀਆਂ ਸਭੀਆਂ ਭੈਣਾਂ ਧੀਆਂ ਜਾਣੇ, ਇਹ ਉਹਦਾ ਗੁਣ ਬਣ ਜਾਂਦਾ ਹੈ। ਤੇ ਦੂਜੇ ਤਰ੍ਹਾਂ ਜੇ ਰੂਪ ਨੂੰ ਨੈਗੇਟਿਵ ਦੇਖਣਾ ਆ ਤੇ ਉਹ ਫਿਰ ਪਤੰਗੇ ਵਾਲਾ ਆ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿੰਨੀ ਪਿਆਰੀ ਗੱਲ ਕੀ, ਨੈਣ ਨਾ ਦੇਖੇ ਸਾਧ, ਹਾਂ, ਜਾਣੀ ਕਿ ਨੈਣ ਮੁੰਦ ਕਰ ਲਿਆ। ਯੈਸ, ਉਹ ਅੱਖਾਂ ਕੱਢ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਕਿਸੇ ਗੁਰਮੁਖ ਦੇ ਦਰਸ਼ਨ ਨਹੀਂ ਕਰਦੀਆਂ। ਸਾਡੇ ਕੋਲ ਟਾਈਮ ਥੋੜਾ ਨਹੀਂ, ਤਾਂ ਮੈਂ ਇਹਨਾਂ ਦੀ ਵਿਆਖਿਆ ਕਾਫੀ ਕਰ ਸਕਦਾ, ਪਰ ਸਮਰੀ ਦੇ ਤੌਰ ਤੇ ਆਪਾਂ ਗੱਲ ਕਰੀਏ ਥੋੜਾ ਕਰ ਲਓ। ਹੁਣ ਇੱਕ ਹੈਗਾ ਮਿੱਟੀ। ਹਾਂਜੀ, ਧਰਤੀ ਜਿਹੜੀ ਆ, ਧਰਤੀ ਤੋਂ ਪੈਦਾ ਹੁੰਦੇ ਆਪਾਂ, ਧਰਤੀ ਤੋਂ ਆਉਂਦੀ ਆ ਗੰਧ। ਹਾਂਜੀ, ਸੁਗੰਧ ਕਹਿ ਲਓ, ਗੰਧ ਕਹਿ ਲਓ। ਜਿੱਦਾਂ ਤੁਸੀਂ ਆਪਾਂ ਇੰਡੀਆ ਤੋਂ ਆਏ ਆ, ਆਪਾਂ ਉੱਥੇ ਦੇਖਦੇ ਹੁੰਦੇ ਸੀ ਕਿ ਜਦੋਂ ਮੀਂਹ ਪੈਣਾ ਗਰਮੀਆਂ ਦੇ ਵਿੱਚ ਤੇ ਧਰਤੀ ਵਿੱਚੋਂ ਵਾਸ਼ਨਾ ਆਉਣੀ, ਸੁਗੰਧ ਆਉਂਦੀ, ਇੱਥੇ ਵੀ ਆਉਂਦੀ ਹੈ, ਮਿੱਟੀ ਦੇ ਵਿੱਚੋਂ ਵਾਸ਼ਨਾ ਆਉਂਦੀ ਹੈ ਨਾ। ਹਾਂਜੀ, ਤੇ ਇਸ ਕਰਕੇ ਇਹਦਾ ਇੱਕ ਦੋਸ਼ ਆ, ਉਹਨੂੰ ਕਹਿੰਦੇ ਗੰਧ। ਗੰਧ ਜਿਹੜਾ ਉਹਦੇ ਲਈ ਸਾਡਾ ਜਿਹੜਾ ਕਰਮ ਇੰਦਰਾ ਉਹ ਨਾਸਾ ਆ, ਨਾਸਕ। ਹਾਂਜੀ, ਇਹ ਗੁਣ ਵੀ ਆ ਤੇ ਦੋਸ਼ ਵੀ ਆ, ਦੋਵਾਂ ਪਾਸੇ ਹੋ ਸਕਦਾ, ਦੋਨਾਂ ਪਾਸੇ। ਇਹਦੇ ਸਤਿਗੁਰਾਂ ਨੇ ਐਗਜ਼ਾਮਪਲ ਦਿੱਤੀ ਭੌਰੇ ਦੀ। ਭੌਰਾ ਜਿਹੜਾ ਸੁਗੰਧ ਤੇ ਜਾਂਦਾ। ਜੀ ਹਾਂ, ਤੇ ਕਹਿ ਲਓ ਸੁਗੰਧੀ ਵਾਸ਼ਨਾ ਕਿਸੇ ਚੀਜ਼ ਦੀ, ਇਹਦਾ ਦੋਸ਼ ਹੈ। ਜੇ ਉਹਦੀ ਪੋਜ਼ਿਟਿਵ ਸੁਗੰਧੀ ਕਰਨੀ ਹੈ ਤੇ ਗੁਰੂ ਸਾਹਿਬ ਨੇ ਕਈ ਐਗਜ਼ਾਮਪਲਾਂ ਦਿੱਤਾ। ਮੁਸ਼ਕ ਚੁਗੋਲਿਆ, ਨਾਮ ਦੇ ਨਾਲ ਤੁਹਾਡੇ ਅੰਦਰੋਂ ਬੋਡੀ ਚੋਂ ਮੁਸ਼ਕ ਆਵੇ ਨਾਮ ਦਾ, ਹਾਂਜੀ, ਮੁਸ਼ਕ ਚੁਗੋਲੇ ਜਾਓ, ਉਹ ਇਹਦਾ ਗੁਣ ਬਣ ਜਾਂਦਾ, ਨਹੀਂ ਤੇ ਇਹਦਾ ਦੋਸ਼ ਆ। ਅੱਗੇ ਹੈਗਾ ਜੀ ਚੌਥਾ ਹੈਗਾ ਹਵਾ। ਹਵਾ ਦੇ ਵਿੱਚ ਹਵਾ ਦਾ ਗੁਣ ਹੈ ਕਿਸੇ ਨਾਲ ਛੋਹ ਕੇ ਜਾਂਦੀ ਹੈ। ਸਪਰਸ਼, ਇਹਦੇ ਤੋਂ ਸਪਰਸ਼ ਪੈਦਾ ਹੁੰਦਾ। ਸਪਰਸ਼ ਕਿੱਦਾਂ ਪੈਦਾ ਹੁੰਦਾ? ਚਮੜੀ ਤੋਂ। ਸਾਡੀ ਜਿਹੜੀ ਇਹ ਚਮੜੀ ਆ ਨਾ, ਚਮੜੀ ਇਹ ਸਾਡਾ ਗਿਆਨ ਇੰਦਰਾ ਆ। ਇਹ ਇਸ ਤੋਂ ਤਵੱਚਾ ਕਹਿ ਲਓ, ਚਮੜੀ ਕਹਿ ਲਓ। ਤੇ ਇਹ ਜਿਹੜਾ ਦੋਸ਼ ਸਤਿਗੁਰਾਂ ਨੇ ਦੇਖਿਆ ਕਾਮ ਦੋਸ਼ ਆ।
ਹਵਾ ਤੋਂ, ਇਹ ਹਾਥੀ ਵਿੱਚ ਆਉਂਦਾ ਜੀ ਹਾਥੀ ਵਿੱਚ ਇਹ ਬਹੁਤ ਪ੍ਰਬਲ ਆ ਔਰ ਉਹ ਸਾਡੇ ਵਿੱਚ ਹੈਗਾ ਆ। ਇਹਦੇ ਵਿੱਚ ਜੇ ਦੋਸ਼ ਲਈਏ ਪਰ ਇਸਤਰੀ ਹਾਂਜੀ ਪਰ ਮਰਦ ਦਾ ਗਮਨ, ਇਹ ਵਿਕਾਰ ਦੋਸ਼ ਬਣ ਜਾਂਦਾ ਹੈ। ਤੇ ਗੁਰੂ ਤੇ ਸੰਤਾਂ ਦੀ ਸੇਵਾ, ਉਹਨਾਂ ਦੇ ਚਰਨ ਸਪਰਸ਼ ਕਰਨੇ, ਹਾਂਜੀ ਇਹ ਇਹਦਾ ਗੁਣ ਬਣ ਜਾਂਦਾ ਹੈ। ਗੁਰੂ ਦੇ ਨਾਲ ਲੱਗ ਜਾਣਾ। ਤੇ ਅੱਗੇ ਉਹਨਾਂ ਦਾ ਆਕਾਸ਼, ਆਕਾਸ਼ ਤੋਂ ਬਣਦਾ ਸ਼ਬਦ, ਹਾਂਜੀ ਕਿਉਂਕਿ ਆਵਾਜ਼ ਜਿਹੜੀ ਆ ਉਹ ਹਵਾ ਨਾਲ ਆਕਾਸ਼ ਨਾਲ ਚੱਲਦੀ ਹੈ, ਖੁਲਾਅ ਦੇ ਵਿੱਚ ਚੱਲਦੀ ਆ। ਜੀ ਤੇ ਇਹਦੇ ਤੋਂ ਜਿਹੜਾ ਸੁਣਦੇ ਆ ਨਾ ਕੰਨ, ਸਾਡੇ ਜਿਹੜੇ ਗਿਆਨ ਇੰਦਰੀ ਕੰਨ ਆ, ਤੇ ਕੰਨਾਂ ਦੇ ਨਾਲ ਸੁਣਨਾ, ਇਹਦਾ ਜਿਹੜਾ ਸਵਾਦ ਆਉਂਦਾ ਹਿਰਨ ਨੂੰ। ਹਿਰਨ ਦੇ ਸ਼ਬਦ ਵਜਾਉਂਦੇ ਆ, ਕੰਡਾ ਹੇੜਾ ਇੱਕ ਜੰਤਰ ਆ, ਉਹ ਜਦੋਂ ਵਜਾਉਂਦੇ ਆ ਹਿਰਨ ਉਹਦੇ ਤੇ ਫਿਰ ਚਲਿਆ ਆਉਂਦਾ, ਉਹਨੂੰ ਫਿਰ ਫੜ ਲੈਂਦੇ ਆ, ਜੰਤਰ ਦੀ ਉਹਨੂੰ ਹੈ ਆ। ਤੇ ਸਤਿਗੁਰਾਂ ਨੇ ਇਹਨੂੰ ਚੇਂਜ ਕਰਨ ਵਾਸਤੇ ਕਿਹਾ ਸੀ ਵੀ ਤੁਸੀਂ ਮਾੜੇ ਗਾਣੇ ਸੁਣਦੇ ਆ, ਗਲਤ ਮਲਤ ਗੱਲਾਂ ਸੁਣਦੇ ਆ, ਉਹਨਾਂ ਨੂੰ ਛੱਡੋ ਤੇ ਗੀਤ ਜਿਹੜੇ ਨੇ ਲਚਰ ਗੀਤ ਸੁਣਨੇ ਬੰਦ ਕਰੋ, ਉਹਦੀ ਤਾਂ ਕੀਰਤਨ ਸੁਣੋ ਸਤ ਬਾਣੀ ਜੀ, ਇਹ ਸਰਵਨੋ ਮੇਰਿਓ, ਹੈ ਨਾ। ਸਤਿਗੁਰਾਂ ਨੇ ਇਕੱਲੇ ਇਸ ਅੰਗ ਦੇ ਕਿੱਦਾਂ ਇਹਨੂੰ ਆਪਾਂ ਕਰਨਾ ਆ। ਜੀਵ ਨੂੰ ਕਹਿੰਦਾ ਹੇ ਜੀਵਾ ਕਰੋ ਸੱਤ ਖੰਡ, ਜੇ ਤੂੰ ਨਹੀਂ ਚੰਗਾ ਗੱਲ ਸੁਣਦੀ, ਤੇ ਜੀਵ ਨੂੰ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਇੱਦਾਂ ਮਤਲਬ ਬਹੁਤ ਐਗਜ਼ਾਮਪਲਾਂ ਦਿੱਤੀਆਂ। ਸਾਡੇ ਕੋਲ ਸਮਾਂ ਇੰਨਾ ਨਹੀਂ ਹੈਗਾ ਕਿ ਮੈਂ ਇਹਨਾਂ ਸਾਰਿਆਂ ਦਾ ਵਿਸਤਾਰ ਦੇ ਨਾਲ ਦੱਸਾਂ, ਪਰ ਜਿਹੜੀ ਗੱਲ ਹੈਗੀ ਆ ਕਿ ਭ੍ਰਿੰਗ ਪਤੰਗ ਕੁੰਚਰ ਅਰਮੀਨਾ, ਮਿਰਗ ਮਰੇ ਸਹਿ ਆਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਸਤਿਗੁਰਾਂ ਨੇ ਕਿਹਾ ਵੀ ਇਹਨਾਂ 'ਚ ਇੱਕ ਇੱਕ ਔਗਣ ਹੈਗੇ ਆ ਤੇ ਇਹ ਫੜੇ ਜਾਂਦੇ ਆ। ਹਾਂਜੀ, ਇਹਨਾਂ ਨੂੰ ਤੁਸੀਂ ਗੁਲਾਮ ਬਣਾ ਲੈਂਦੇ ਆ। ਇੱਕ ਬਹੁਤ ਸੋਹਣਾ ਸ਼ਬਦ ਬਾਬਾ ਕਬੀਰ ਜੀ ਨੇ ਵੀ ਲਿਖਿਆ, ਮੈਂ ਬੋਲਣਾ ਨਹੀਂ ਹੋਣਾ। ਕਾਲ ਬੂਤ ਕੀ ਹਸਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਦ ਗਜ ਬਸ ਪਰੇ, ਮਨ ਬੌਰਾ ਰੇ ਅੰਕਚ ਸਹਿਓ ਸੀਸ। ਮਤਲਬ ਉਹ ਕਲਬੂ ਇੱਕ ਝੂਠੀ ਹਸਤਨੀ ਬਣਾ ਕੇ ਕਾਮ ਕਰਕੇ ਬਣਾਉਂਦੇ ਆ, ਤੇ ਉਹ ਆ ਕੇ ਫਸ ਜਾਂਦਾ। ਸਾਰੀ ਉਮਰ ਫਿਰ ਉਹ ਧੋਂਦਾ, ਟੱਕਰਾਂ ਮਾਰਦਾ, ਤੋਦੀ ਨਚਾਉਂਦੇ ਆ। ਇਸੇ ਤਰ੍ਹਾਂ ਹੀ ਮਰਕਟ ਮੁਸ਼ਟੀ ਅਨਾਜ ਕੀ, ਮਰਕਟ ਬਣਾ ਬਾਂਦਰ, ਇੱਕ ਅਨਾਜ ਦੀ ਮੁੱਠੀ ਵਾਸਤੇ ਫੜਿਆ ਜਾਂਦਾ, ਫਿਰ ਸਾਰੀ ਉਮਰ ਉਹ ਤੁਹਾਡੇ ਤਮਾਸ਼ੇ ਕਰਦਾ ਆ, ਤੁਸੀਂ ਉਹਨੂੰ ਫੜ ਛੱਡਦੇ ਆ। ਤੋਤਾ ਜਿਹੜਾ ਉਹ ਨਦਲੀ ਤੇ ਆ ਜਾਂਦਾ, ਉਹ ਡਰ ਉਹਦੇ ਅੰਦਰ ਹੁੰਦਾ ਵੀ ਮੈਂ ਪਾਣੀ 'ਚ ਨਾ ਡਿੱਗ ਜਾਵਾਂ। ਤੋਤੇ ਨੂੰ ਜਿਉਂ ਨਲਣੀ ਸੂਟਾ ਗਇਓ, ਹਾਂਜੀ, ਤੇ ਨਲਣੀ ਤੇ ਬਿਠਾ ਕੇ ਸੂਟਾ ਤੋਤੇ ਨੂੰ ਫੜ ਲੈਂਦੇ ਆ। ਉਹ ਵੀ ਇਸ ਗੁਣ ਕਰਕੇ ਔਗਣ ਕਰਕੇ ਫੜਿਆ ਜਾਂਦਾ। ਤੇ ਇਹ ਹੁਣ ਇਹਨਾਂ ਨੂੰ ਛੁੱਟਣ ਦਾ ਤਰੀਕਾ ਕਹਿੰਦੇ ਆ ਇੱਕੋ ਹੀ ਆ, ਮਨ ਬੌਰਾ ਰੇ ਛੁੱਟਣ ਹਰ ਕੀ ਸੇਵ ਦੇ ਛੁੱਟਣਾ ਆ ਇਹਨਾਂ ਤੋਂ। ਤੇ ਤੁਸੀਂ ਪਰਮਾਤਮਾ ਦੀ ਸੇਵਾ ਦੇ ਨਾਲ ਇਹਨਾਂ ਪੰਜਾਂ ਤੋਂ ਛੁਟਕਾਰਾ ਕੀਤਾ ਜਾ ਸਕਦਾ। ਤੇ ਸਤਿਗੁਰਾਂ ਨੇ ਇਸੇ ਕਰਕੇ ਕੀਤਾ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਰਹਾਓ ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਇਹ ਜਿਹੜੇ ਪੰਜੇ ਆ, ਇਹਨਾਂ ਪੰਜਾਂ ਦੇ ਵਿੱਚੋਂ ਫਿਰ ਮੈਂ ਜਿਹੜੇ ਜਿੱਦਾਂ ਹਰ ਤੋਂ ਦੱਸੇ ਨਾ, ਇਹ ਤੋਂ ਰਸ ਬਣਦਾ, ਇਹ ਤੋਂ ਰੂਪ ਬਣਦਾ, ਇਹਨਾਂ ਨੂੰ ਤਤ ਮਾਤਰ ਵੀ ਕਹਿੰਦੇ ਆ ਜੀ। ਤੇ ਇਹਨਾਂ ਸਾਰਿਆਂ ਨੂੰ ਰਲਾ ਕੇ ਪਲੱਸ ਮਾਇਆ ਦਾ ਪ੍ਰਭਾਵ, ਪਲੱਸ ਅਵਿਦਿਆ ਦਾ ਪ੍ਰਭਾਵ, ਪਲੱਸ ਮਾਇਆ ਦੇ ਤਿੰਨੇ ਤਜੋ ਗਮੋ ਸਤੋ ਤੇ ਤਮੋ ਗੁਣ ਜਿਹੜੇ ਆ, ਉਹਨਾਂ ਨੂੰ ਰਲਾ ਕੇ ਇਹ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਉਪਜ ਆ ਜੀ। ਇਹਨਾਂ ਉਪਜਾਂ ਇਹ ਪੰਜਾਂ ਤੋਂ ਇਹ ਚੀਜ਼ ਬਣਦੀ ਆ। ਤੇ ਪੰਜਾਂ ਦੇ ਫਿਰ ਅਸੀਂ ਕਾਮ ਕ੍ਰੋਧ, ਪੰਜਾਂ ਤੱਤਾਂ ਤੋਂ ਪੰਜ ਮਹਾਵਿਕਾਰ ਬਣ ਜਾਂਦੇ ਆ। ਤੇ ਇਹਨਾਂ ਦੇ ਵਿੱਚ ਅਸੀਂ ਫਸੇ ਰਹਿੰਦੇ ਆ। ਤੇ ਫਸਣ ਤੋਂ ਬਚਣ ਦਾ ਤਰੀਕਾ ਉਹ ਹੀ ਆ, ਰਾਖ ਪਿਤਾ ਪ੍ਰਭ ਮੇਰੇ, ਹੋਰ ਕੋਈ। ਬਿਲਕੁਲ, ਮੈਂ ਦੁਬਾਰਾ ਇਹਨੂੰ ਸ਼ਾਰਟ ਕਰਦਾ ਥੋੜ੍ਹਾ ਜਿਹਾ। ਇਹ ਪੰਜ ਤੱਤ ਜਿਹੜੇ ਆਪਾਂ ਕਹਿੰਦੇ ਆ ਕਿ ਜਲ ਹੈ, ਪਵਨ ਹੈ, ਧਰਤੀ ਹੈ, ਅਗਨ ਹੈ, ਆਕਾਸ਼ ਹੈ। ਪੰਜਾਂ ਤੱਤਾਂ ਤੋਂ ਪੰਜ ਮਹਾਵਿਕਾਰ ਬਣਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਸੋ ਪੰਜੇ ਤੱਤ ਜਿਹੜੇ ਇੱਦਾਂ ਪੰਜਾਂ ਮਹਾਵਿਕਾਰਾਂ ਦੇ ਰਾਹੀਂ ਕਾਰਜ ਕਰਦੇ ਆ। ਪਰ ਇਹ ਜਿਹੜੇ ਪੰਜੇ ਮਹਾਵਿਕਾਰ ਆਪਾਂ ਜਿਹਨਾਂ ਨੂੰ ਕਹਿੰਦੇ ਆ, ਗੁਰਬਾਣੀ ਨੇ ਕਿਹਾ ਕਿ ਇਕੱਲੇ ਦੋਸ਼ ਹੀ ਨਹੀਂ, ਇਹ ਗੁਣ ਵੀ ਆ। ਜਿਵੇਂ ਸਤਿਗੁਰੂ ਨੇ ਗੁਰਬਾਣੀ ਅੰਦਰ ਕਹਿਤਾ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਬਿਲਕੁਲ ਉੱਦਾਂ ਹੀ ਇਹਨਾਂ ਮਹਾਵਿਕਾਰਾਂ ਦੇ ਅੰਦਰ ਦੋਸ਼ ਵੀ ਆ ਤੇ ਗੁਣ ਵੀ ਆ। ਇਹ ਮਨੁੱਖ ਜੇ ਗੁਰੂ ਦੀ ਸ਼ਰਣੀ ਪੈ ਜਾਵੇ, ਇਹਨਾਂ ਨੂੰ ਸਹੀ ਸੇਧ ਦੇ ਲਵੇ, ਇਹੀ ਜਿਹੜੇ ਔਗਣਿਆ ਤੱਤਾਂ ਦੇ ਨਾਲ ਜੁੜੇ ਹੋਏ ਇਹ ਤੱਤ ਵਿਕਾਰ ਜਿਹੜੇ ਆ, ਇਹ ਗੁਣ ਬਣ ਜਾਂਦੇ ਆ। ਪਰ ਜੇ ਤੁਸੀਂ ਗੁਰੂ ਦੀ ਸ਼ਰਨ ਨਹੀਂ ਪੈਂਦੇ, ਗੁਰੂ ਤੋਂ ਸੇਧ ਨਹੀਂ ਲੈਂਦੇ, ਸਹੀ ਦਿਸ਼ਾ ਵਿੱਚ ਨਹੀਂ ਤੁਰਦੇ, ਤੇ ਇਹੀ ਜਿਹੜੇ ਤੱਤ ਵਿਕਾਰ ਆ, ਜਿਹਨੂੰ ਆਪਾਂ ਕਹਿੰਦੇ ਨੇ ਮਹਾਵਿਕਾਰ ਕਹਿ ਦਿੰਦੇ ਆ, ਇਹੀ ਦੋਸ਼ ਬਣ ਜਾਂਦੇ। ਮੈਨੂੰ ਇੰਨੀ ਗੱਲ ਬਿਲਕੁਲ ਇਹੋ ਠੀਕ ਤੁਹਾਡੀ ਗੱਲ ਆ। ਸਤਿਗੁਰਾਂ ਨੇ ਵੇਖੋ ਸ਼ਬਦ ਵਿੱਚ ਜਾ, ਗੁਰ ਕਾ ਸ਼ਬਦ ਰਿਦ ਅੰਤਰ ਧਾਰੇ ਜੀ, ਪੰਜ ਜਨਾ ਸਿਓ ਸੰਗ ਨਿਵਾਰੇ ਜੀ।
ਤੇ ਪੰਜਾਂ ਦੇ ਨਾਲੋਂ ਇਹ ਸੰਗ ਨੂੰ ਨਿਵਾਰਨਾ, ਸੰਗ ਨੂੰ ਛੱਡਣ ਦਾ ਇਹ ਇੱਕ ਤਰੀਕਾ ਸਤਿਗੁਰਾਂ ਨੇ ਦੱਸਿਆ ਵੀ ਇਹਨਾਂ ਨੂੰ ਨਿਵਾਰ ਕੇ ਤੇ ਗੁਰੂ ਦਾ ਸ਼ਬਦ ਜਪਿਆ ਜਾਵੇ। ਤੇ 10 ਇੰਦਰੀ ਕਰ ਰਾਖੈ ਵਾਸ, 10 ਇੰਦਰੀਆਂ ਨੂੰ ਵਸ ਕਰਕੇ ਰੱਖਣਾ, ਕਰ ਰਾਖੇ ਵਾਸ ਤਾਂ ਕਿ ਆਤਮੇ ਹੋਏ ਪ੍ਰਗਾਸ ਜੀ। ਇਹ ਗੁਰੂ ਅਰਜਨ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਇਸ ਤਰ੍ਹਾਂ ਤੁਸੀਂ ਪਰਮਾਤਮਾ ਦੇ ਨਾਲ ਮੇਲ ਕਰ ਸਕਦੇ ਆ, ਪੰਜਾਂ ਤੇ ਕਾਬੂ ਕਰਕੇ। ਜੀ ਜੀ ਜੀ। ਇਹ ਤਾਂ 5 ਵਿਕਾਰਾਂ, 5 ਤੱਤਾਂ ਤੋਂ 5 ਵਿਕਾਰਾਂ ਮਹਾਂਵਿਕਾਰਾਂ ਦੀ ਗੱਲ ਆ ਗਈ ਹੈਗੀ। ਇਹ ਮੇਰਾ ਖਿਆਲ ਸਾਰਾ ਕੁਝ ਜੁੜ ਕੇ ਇੱਕ ਜਿਹੜਾ ਸੰਸਕਾਰਾਂ ਦਾ ਸਮੂਹ ਮਨ ਬਣ ਜਾਂਦਾ। ਮਨ ਤੇ ਆਤਮਾ ਜਿਹੜਾ ਉਹਦੇ ਚ ਅੰਤਰ ਕੀ ਆ? ਹਾਂਜੀ, ਮਨ ਤੇ ਆਤਮਾ ਦੇ ਵਿੱਚ ਅੰਤਰ ਹੈ ਵੀ ਆ ਹਾਂਜੀ ਤੇ ਨਹੀਂ ਵੀ। ਇਹ ਬੜਾ ਜਿਹਾ ਸਪਸ਼ਟ ਕਰਿਓ ਕਿ ਤੇ ਬੜੀ ਬਹਿਸ ਚੱਲਦੀ ਰਹੀ ਹੈ। ਹਾਂਜੀ, ਮਨ ਦੇਖੋ, ਪਹਿਲਾਂ ਆਪਾਂ ਜੇ ਗੱਲ ਕਰੀਏ ਨਾ ਆਤਮਾ ਦੀ ਗੱਲ ਕਰੀਏ, ਇਹ ਸੰਸਕ੍ਰਿਤ ਦਾ ਸ਼ਬਦ ਆਤਮਨ ਤੋਂ ਬਣਿਆ ਆ ਤੇ ਸਾਰੇ ਸ੍ਰਿਸ਼ਟੀ ਦੀ ਇੱਕੋ ਹੀ ਆਤਮਾ, ਆਤਮਾ ਦਿਓ ਹੈ ਆਤਮ ਰਸ ਲਾਗੇ ਪੂਜ ਕਰੀਜੇ, ਪਰਮਾਤਮਾ ਦਾ ਹੀ ਰੂਪ ਆਤਮਾ ਹੈ ਤੇ ਇਹ ਸਾਰੀ ਸ੍ਰਿਸ਼ਟੀ ਦੀ ਇੱਕੋ ਹੀ ਆਤਮਾ ਹੈ। ਆਤਮਾ ਜਿਹੜੀ ਆ ਨਾ ਪ੍ਰਭੂ ਦੀ ਹੋਂਦ ਆ ਸਾਰੀ ਸ੍ਰਿਸ਼ਟੀ ਦੇ ਵਿੱਚ, ਪਰਮਾਤਮਾ ਦੀ ਇਹ ਆਪ ਉਹ ਬੈਠਾ ਇਹਦੇ, ਆਤਮਾ ਸ਼ਬਦ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਵਿੱਚ ਫੈਲਿਆ ਹੋਇਆ ਤੇ ਇਹ ਆਤਮਾ ਜਿਹੜੀ ਆ, ਇਸ ਆਤਮਾ ਦੇ ਵਿੱਚ ਹੀ ਸਰੀਰ, ਸਾਰੀ ਸ੍ਰਿਸ਼ਟੀ ਦੇ ਵਿੱਚ ਆਤਮਾ ਦਾ ਵਾਸਾ ਸਰੀਰ ਵਿੱਚ ਆ। ਜਦੋਂ ਆਤਮਾ ਇੱਕ ਸਰੀਰ ਨੂੰ ਸੀਮਿਤ ਹੋ ਜਾਂਦੀ ਆ ਉਦੋਂ ਫਿਰ ਇੱਕ ਜੀਵ ਆਤਮਾ ਬਣ ਜਾਂਦੀ ਆ। ਜੀਵ ਆਤਮਾ ਜਿਹੜੀ ਆ ਉਹ ਹੀ ਕਰਮਾਂ ਦੇ ਨਾਲ ਸਾਡਾ ਜਿਹੜਾ ਖੇਡ ਜਿਹੜਾ ਉਹ ਮਨ ਦੇ ਨਾਲ ਸੰਬੰਧ ਬਣ ਕੇ ਜਦੋਂ ਜੀਵ ਆਤਮਾ ਕਿਸੇ ਸਰੀਰ ਦੇ ਨਾਲ ਸੰਬੰਧ ਬਣਾਉਂਦੀ ਹੈ ਤੇ ਉਦੋਂ ਮਨ ਪ੍ਰਗਟ ਹੋ ਜਾਂਦਾ ਜੀ। ਮਨ ਪੰਜਾਂ ਤੋਂ ਤੱਤਾਂ ਤੋਂ ਪ੍ਰਗਟ ਹੁੰਦਾ ਹੈ ਔਰ ਮਨ, ਆਤਮਾ, ਜੀਵ ਆਤਮਾ ਇਹ ਜੇ ਸਾਰੇ ਲਓ ਨਾ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ। ਜਿਹੜਾ ਇਹਨਾਂ ਦੀ ਜਿਹੜੀ ਜਾਤੀ ਇੱਕੋ ਆ, ਇਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਮੈਂ ਉਹ ਤੁਹਾਨੂੰ ਇਹ ਜਾਤੀ ਇੱਕੋ ਆ ਪਰ ਸਫਾਤੀ ਗੁਣ ਇਹਨਾਂ ਦੇ ਡਿਫਰੈਂਟ ਆ। ਹਾਂ, ਕੀ ਬਾਤ ਹੈ ਤੁਹਾਡੇ ਸ਼ਬਦ, ਜਾਤੀ ਇੱਕੋ ਪਰ ਸਫਾਤੀ ਗੁਣ ਜਿਹੜੇ ਇਹਨਾਂ ਦੇ ਵਿੱਚ ਪਰਮਾਤਮਾ ਹੀ ਮੌਜੂਦ ਆ ਜੀ, ਪਰ ਇਹਨਾਂ ਦਾ ਕਾਰਜ ਖੇਤਰ ਡਿਫਰੈਂਟ ਹੋਣ ਕਰਕੇ ਇਹ ਸਫਾਤੀ ਨੂੰ ਤੁਸੀਂ ਕਿੰਨਾ ਅਰਥਾਂ 'ਚ ਲੈਂਦੇ ਆ? ਸਿਫਤ ਦੇ ਤੌਰ ਤੇ ਕਹਿ ਲਓ, ਕਿਰਤਮ ਹੋ ਗਈ, ਇਹਨਾਂ ਦੀ ਕਿਰਤ ਡਿਫਰੈਂਟ ਆ, ਜਿਸ ਕਰਕੇ ਇਹਨਾਂ ਵਿੱਚ ਡਿਫਰੈਂਸ ਆ। ਇਹਨਾਂ ਦੇ ਵਿੱਚ ਸਮੇਲ ਵੀ ਆ ਤੇ ਇਹਨਾਂ ਵਿੱਚ ਫਰਕਾ ਵੀ ਆ। ਉਹ ਇਦਾਂ ਆ ਕਿ ਜਿੱਦਾਂ ਕਹਿ ਲਓ ਕਿ ਇੱਕ ਸਰੀਰ ਆ, ਸਰੀਰ ਜਿਹੜਾ ਨਾ, ਸਰੀਰ ਮਨ ਆ, ਸਰੀਰ ਆ, ਜੀਵ ਆਤਮਾ ਹੈ, ਇਹ ਇੱਕ ਸੀਰੀਜ਼ ਆ ਜੀ। ਪਹਿਲਾਂ ਦੇਖੋ ਸਰੀਰ ਆ, ਸਰੀਰ ਦੇ ਨਾਲ ਮਨ ਜੁੜਿਆ ਆ, ਮਨ ਜਿੱਥੇ ਖਤਮ ਹੁੰਦਾ ਉੱਥੇ ਜੀਵ ਆਤਮਾ, ਫਿਰ ਆਤਮਾ ਸ਼ੁਰੂ ਹੋ ਜਾਂਦੀ ਹੈ। ਇਹ ਇੱਕ ਸੰਗਲੀ ਵਿੱਚ ਪਰੋਏ ਹੋਏ ਨੇ, ਇਹਨਾਂ ਵਿੱਚ ਹੱਦਬੰਦੀ ਕੋਈ ਨਹੀਂ ਹੈਗੀ, ਇਹਨਾਂ ਦੇ ਵਿੱਚ ਕੋਈ ਪਾਲ ਨਹੀਂ ਹੈਗੀ। ਪਾਲ ਜਿਹੜੀ ਆ ਮਨ ਬਣਾਉਂਦਾ ਆ ਜੀ, ਬਿਲਕੁਲ ਜੀ, ਕੂੜੇ ਟੁੱਟੇ ਪਾਲ ਵਾਲੀ ਗੱਲ, ਉਹ ਪਾਲ ਬਣਾਉਂਦਾ ਮਨ, ਕਿਉਂਕਿ ਹਉਮੈ ਪਾਈ ਹੈ ਸਤਿਗੁਰਾਂ ਨੇ, ਹਉਮੈ ਦੀ ਪਾਲ ਆ ਉਹ ਮਨ ਦੇ ਕਰਕੇ ਆ। ਤੇ ਜੇ ਉਹ ਪਾਲ ਖਤਮ ਹੋ ਜਾਏ ਤੇ ਮਨ ਜੀਵ ਆਤਮਾ ਦੇ ਨਾਲ ਜੁੜ ਕੇ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ। ਇਸ ਕਰਕੇ ਇਹਨਾਂ ਦੇ ਵਿੱਚ ਕੋਈ ਫਰਕਾ ਨਹੀਂ ਹੈਗਾ। ਇਹ ਫਰਕਾ ਸਿਰਫ ਮੈਂ ਜਿੱਦਾਂ ਗੱਲ ਕੀਤਾ ਨਹੀਂ ਨਾ, ਇਹਨਾਂ ਦੀ ਕਿਸਮ ਇੱਕੋ ਹੀ ਆ, ਇਹਨਾਂ ਦੇ ਥੋੜੇ ਫਰਕੇ ਪਏ ਆ ਕਿ ਕਾਰਜ ਖੇਤਰ ਦਾ ਫਰਕ ਹੈ। ਇੱਕ ਵੱਖਰੇ ਅੰਦਾਜ਼ ਚ ਸਮਝਾਂ ਸ਼ਾਇਦ ਜਿੰਨੀ ਕੁ ਮੈਨੂੰ ਮੈਂ ਉਹ ਸਮਝਾਉਣਾ ਤੁਹਾਨੂੰ। ਜਿੱਦਾਂ ਕਹਿ ਲਓ ਕਿ ਅੰਧੇਰਾ ਆ ਜੀ, ਚਾਨਣ ਆ ਜੀ। ਚਾਨਣ ਤੇ ਅੰਧੇਰੇ ਦੇ ਵਿੱਚ ਫਰਕ ਵੀ ਆ ਤੇ ਨਹੀਂ ਵੀ ਫਰਕ ਜੀ। ਦੇਖੋ ਚਾਨਣ ਤੁਸੀਂ ਆਪਾਂ ਧੁੱਪੇ ਬਈਏ, ਹਾਂਜੀ, ਧੁੱਪੇ ਬਈਏ ਟੈਨਿੰਗ ਹੋ ਜਾਂਦੀ ਹੈ, ਹਾਂਜੀ, ਕਾਲਾ ਸਰੀਰ ਹੋ ਜਾਂਦਾ, ਹਾਂਜੀ। ਹੁਣ ਚਾਨਣ ਦੇ ਵਿੱਚੋਂ ਕਾਲਾ ਸਰੀਰ ਕਿੱਦਾਂ ਹੋ ਗਿਆ? ਇਹਦਾ ਮਤਲਬ ਚਾਨਣ ਦੇ ਵਿੱਚ ਕਾਲਖ ਹੈਗੀ ਆ ਜਿਹੜੀ ਸਾਡੇ ਸਰੀਰ ਤੇ ਆ ਗਈ। ਇਹਦਾ ਮਤਲਬ ਚਾਨਣ, ਤੁਸੀਂ ਅੰਧੇਰਾ ਆ, ਅੰਧੇਰੇ ਤੋਂ ਤੁਸੀਂ ਸ਼ੁਰੂ ਹੋਵੋ, ਅੰਧੇਰਾ ਘੁੱਪ ਅੰਧੇਰਾ, ਥੋੜਾ ਜਿਹਾ ਘੱਟ ਅੰਧੇਰਾ, ਫਿਰ ਘੱਟ ਅੰਧੇਰਾ, ਹੌਲੀ ਹੌਲੀ ਚਾਨਣ, ਹੋਰ ਚਾਨਣ ਤੇ ਪੂਰਾ ਚਾਨਣ। ਇਹ ਇੱਕ ਗ੍ਰੇਡੇਸ਼ਨ ਆ, ਇਹ ਇੱਕ ਹੱਦਬੰਦੀ ਨਹੀਂ ਹੈ। ਆਪਾਂ ਚੰਦਰਮਾ ਦੇ ਨਾਲ ਸਮਝ ਲਈ, ਮੱਸਿਆ ਤੋਂ ਲੈ ਕੇ ਪੁੰਨਿਆ ਤੱਕ ਦਾ ਸਫ਼ਰ। ਹਾਂ, ਉਸੇ ਤਰ੍ਹਾਂ ਹੀ ਇੱਕ ਦਾ ਦੂਈ ਦਾ ਚੰਦਰਮਾ ਸਾਰਾ ਕੁਝ। ਇਹ ਸਕਸੈਸਿਵ ਡਿਫਰੈਂਸ ਆ ਜੀ। ਇਹ ਇੱਕ ਮਤਲਬ ਕਹਿ ਲਓ ਕਿ ਹੱਦਬੰਦੀ ਟਾਈਪ ਦਾ ਹੈ ਨਹੀਂਗਾ। ਇਹਨਾਂ ਦੋਨਾਂ ਵਿੱਚ ਡਿਫਰੈਂਸ ਵੀ ਹੈਗਾ, ਦੋ ਵੱਖਰੇ ਵੀ ਹੈਗੇ ਨੇ ਤੇ ਦੋ ਸੇਮ ਵੀ ਹੈਗੇ ਨੇ। ਮਤਲਬ ਹਨੇਰਾ ਤੇ ਚਾਨਣ ਸੇਮ ਵੀ ਹੈਗੇ ਨੇ ਤੇ ਹਨੇਰਾ ਚਾਨਣ ਵੱਖਰੇ ਵੀ ਹੈਗੇ ਨੇ। ਇਹਨਾਂ 'ਚ ਦਵੈਤ ਵੀ ਆ ਤੇ ਅਦਵੈਤ ਵੀ ਆ। ਹਾਂਜੀ, ਇਹ ਇੱਕੋ ਵੀ ਨੇ ਤੇ ਵੱਖਰੇ ਵੀ ਨੇ। ਇਸੇ ਤਰ੍ਹਾਂ ਹੀ ਮਨ, ਆਤਮਾ, ਜੀਵ ਆਤਮਾ, ਇਹ ਇੱਕ ਵੀ ਨੇ ਔਰ ਵੱਖਰੇ ਵੀ ਨੇ। ਇਹਨਾਂ ਦੇ ਕਾਰਜ ਖੇਤਰ ਵੀ ਵੱਖਰੇ ਨੇ, ਇਸ ਕਰਕੇ ਇਹ ਇੱਕ ਹੋ ਸਕਦੇ ਨੇ। ਦੇਖੋ ਸਤਿਗੁਰਾਂ ਨੇ ਕਿਹਾ ਜੀਓ ਏਕ ਔਰ ਸਗਲ ਸਰੀਰਾ, ਸਾਰਿਆਂ ਜੀਓ ਏਕ ਔਰ ਸਗਲ ਸਰੀਰਾ। ਸਾਰੇ ਸਰੀਰ ਜਿਹੜੇ ਉਹਨਾਂ ਦੇ ਵਿੱਚ ਸਾਰਾ ਜੀਓ ਤੇ ਇੱਕੋ ਹੀ ਆ, ਹਾਂਜੀ, ਸਾਰਿਆਂ ਦੀ ਸਾਂਝ ਆ ਜੀ। ਹਾਂ, ਕੋਈ ਫਰਕ ਹੀ ਨਹੀਂ ਹੈਗਾ, ਹਾਂਜੀ, ਕੋਈ ਡਿਫਰੈਂਸ ਨਹੀਂ ਹੈਗਾ। ਤੇ ਇਹ ਕਿਉਂਕਿ
ਸੂਖਮ ਅਸਤੂਲ ਸਗਲ ਭਗਵਾਨ, ਸੂਖਮ ਵਿੱਚ ਭਗਵਾਨ ਹੈਗਾ, ਤੇ ਜਿਹੜਾ ਮੈਨੀਫੈਸਟਡ ਚੀਜ਼ ਆ ਉਹਦੇ ਵਿੱਚ ਵੀ, ਅਸਤੂਲ ਦੇ ਵਿੱਚ ਵੀ ਹੈਗਾ ਆ। ਹਾਂਜੀ। ਤੇ ਨਾਨਕ ਗੁਰਮੁਖ ਬ੍ਰਹਮ ਪਛਾਣ, ਗੁਰਮੁਖ ਜਿਹੜਾ ਉਹ ਇਸ ਚੀਜ਼ ਨੂੰ ਪਛਾਣ ਲੈਂਦਾ, ਦੂਜੇ ਨਹੀਂ ਪਛਾਣਦੇ। ਹੁਣ ਦੂਜੀ ਐਗਜ਼ਾਮਪਲ ਲੈ ਲਓ, ਜਿਹੜੀ ਆਤਮਾ ਆ, ਪਰਮਾਤਮਾ ਦਾ ਰੂਪ ਆਪਾਂ ਕਹਿੰਦੇ ਆ, ਗੁਰੂ ਸਾਹਿਬ ਨੇ ਇੱਕ ਐਗਜ਼ਾਮਪਲ ਦਿੱਤੀ ਆ, ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਸੂਰਜ ਆ, ਉਹਦੀਆਂ ਕਿਰਨਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਇਫੈਕਟ ਕਰਦੀਆਂ। ਪਾਣੀ ਦਾ ਘੜੇ ਦੀ ਪਾਣੀ ਦੀ ਐਗਜ਼ਾਮਪਲ ਲਈ ਆ, ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ ਜੀ, ਕਹੋ ਨਾਨਕ ਕੁੰਭ ਜਲੇ ਮੈਂ ਡਾਰਿਓ ਅੰਬੇ ਅੰਬ ਮਿਲੋ। ਆ ਦੱਸਦੀ ਨਾ, ਸਾਰਾ ਕੁਝ ਪਰਮਾਤਮਾ ਚੋਂ ਹੀ ਆਇਆ। ਜਿੱਦਾਂ ਕਿ ਇੱਕ ਘੜਾ ਆ, ਉਹਦੇ ਵਿੱਚ ਪਾਣੀ ਤੁਸੀਂ ਲੈ ਆਓ ਸਮੁੰਦਰ ਚੋਂ, ਡਿਫਰੈਂਟ ਘੜਿਆਂ ਵਿੱਚ ਪਾ ਦਿਓ, ਉਹਦੀ ਸ਼ਕਲ ਉਹਨਾਂ ਘੜਿਆਂ ਵਰਗੀ ਹੋ ਜਾਂਦੀ ਹੈ। ਜੇ ਗਲਾਸ 'ਚ ਪਾ ਲਓ ਗਲਾਸ ਵਰਗਾ ਹੋ ਜਾਂਦਾ, ਕੌਲੀ 'ਚ ਪਾ ਲਓ ਕੌਲੀ ਵਰਗਾ। ਜੇ ਉਹਨਾਂ ਨੂੰ ਬੈਕ ਪਿੱਛੇ ਪਾ ਦਿਓ, ਕੁੰਭ ਜਲੇ ਮੈਂ ਡਾਰਿਓ, ਹੈ ਨਾ, ਕੁੰਭ ਦੇ ਵਿੱਚ ਘੜੇ ਦੇ ਵਿੱਚ ਜਲ ਫੇਰ ਡਾਲ ਦਿਓ, ਤੇ ਹੁਣ ਅੰਬੇ ਅੰਬ ਮਿਲੋ, ਪਾਣੀ ਨਾਲ ਪਾਣੀ ਮਿਲ ਗਿਆ। ਹੁਣ ਪਛਾਣ ਕੇ ਦੱਸੋ ਕਿਹੜਾ ਪਾਣੀ ਹੈ। ਇਸ ਕਰਕੇ ਇਹਨਾਂ ਵਿੱਚ ਕੋਈ ਫਰਕ ਉਸ ਤਰੀਕੇ ਨਾਲ ਨਹੀਂ ਹੈਗਾ, ਤੇ ਫਰਕ ਇਹਨਾਂ ਦਾ ਕਾਰਜ ਸਿੱਧੀ ਕਰਕੇ ਹੈਗਾ। ਤੇ ਜੀਵ ਆਤਮਾ ਪਰਮਾਤਮਾ ਦਾ ਹੀ ਰੂਪ ਹੈ, ਉਹਦਾ ਅੰਸ਼ ਹੈ, ਪਰ ਇਹ ਮਨ ਦੇ ਨਾਲ ਜੁੜਿਆ ਹੋਣ ਕਰਕੇ, ਸਰੀਰ ਨਾਲ ਜੁੜਿਆ ਹੋਣ ਕਰਕੇ ਇਹ ਆਪਣੇ ਦੁਆਲੇ ਇੱਕ ਸਰੀਰਕ ਗਲਾਫ ਬਣਾ ਲੈਂਦਾ, ਇੱਕ ਕਹਿ ਲਓ ਸੂਖਮ ਸਰੀਰ ਬਣਾ ਲੈਂਦਾ। ਸ਼ਾਂਖ ਸ਼ਾਸਤਰ ਵਾਲੇ ਕਹਿੰਦੇ ਆ, ਜਾਂ ਨਿਆਏ ਸ਼ਾਸਤਰ ਵਾਲੇ ਤੇ ਕਹਿੰਦੇ ਆ ਕਿ ਇਹ ਜਿਹੜਾ ਸੂਖਮ ਸਰੀਰ ਆ, ਪੰਜਾਂ ਤੱਤਾਂ ਤੋਂ ਇਲਾਵਾ ਜਿਹੜੇ ਗੁਣਾਂ ਦੇ ਨਾਲ ਉਹਦੇ ਆਤਮਾ, ਮਨ, ਅਹੰਕਾਰ, ਅੰਤਿਕਰਨ, ਇਹ ਰਲ ਕੇ ਸਾਰਾ ਇੱਕ ਸੂਖਮ ਸਰੀਰ ਬਣਾਉਂਦੇ ਆ, ਜਿਹੜੇ ਕਿ ਜਨਮਾਂ ਤੱਕ ਜਾਂਦਾ। ਉਹ ਕਹਿੰਦੇ ਪਰਲੋ ਤੱਕ ਰਹਿੰਦਾ ਜੀ। ਜਦੋਂ ਪਰਲੋ ਆਉਂਦੀ ਆ, ਪਰਲੋ ਜਦੋਂ ਇਹ ਪਰਲੋ ਹੁੰਦੀ, ਜਦੋਂ ਖਤਮ ਹੁੰਦਾ ਸਭ ਕੁਝ, ਉਹਦੇ ਵਿੱਚ ਇਹ ਆਪ ਵੀ ਲੈ ਹੋ ਜਾਂਦਾ, ਉਹਦੇ ਵਿੱਚ ਇਹ ਖਤਮ ਹੁੰਦਾ, ਤਦ ਤੱਕ ਇਹ ਚੱਲਦਾ ਰਹਿੰਦਾ ਹੈ ਜੀ ਮਨ ਦੇ ਨਾਲ। ਇਹ ਸੋ ਜਿਹੜੀ ਜੀਵ ਆਤਮਾ ਵੀ ਪਰਮਾਤਮਾ ਆ, ਪਰ ਜੀਵ ਆਤਮਾ ਪ੍ਰੈਜ਼ੈਂਟ ਸਮੇਂ ਦੇ ਵਿੱਚ, ਜਿੱਦਾਂ ਹੁਣ ਸਾਡੇ ਵਿੱਚ, ਮੇਰੇ ਵਿੱਚ ਜੀਵ ਆਤਮਾ ਹੈਗੀ ਆ, ਪਰ ਮੈਂ ਪਰਮਾਤਮਾ ਨਹੀਂ ਹੈਗਾ। ਹਾਂਜੀ, ਪਰ ਜੀਵ ਆਤਮਾ ਮੇਰੇ ਚ ਹੈਗੀ ਆ, ਪਰਮਾਤਮਾ ਦੀ ਅੰਸ਼ ਆ, ਪਰਮਾਤਮਾ ਦੀ ਅੰਸ਼ ਹੈਗੀ ਆ। ਅੰਸ਼ ਜਿਹੜੀ ਆ ਉਹ ਵੀ ਪਰਮਾਤਮਾ ਦੇ ਨਾਲ ਮਿਲੀ ਹੋਈ ਨਹੀਂ ਜੀ, ਪਰਮਾਤਮਾ ਤੋਂ ਸਾਡੇ ਵਿੱਚ ਸਾਡੇ ਨਾਲ ਕਾਰਜ ਕਰ ਰਹੀ ਆ। ਹੁਣ ਇਹ ਵੀ ਇੱਕ ਪਰਮਾਤਮਾ ਨੇ ਇੱਕ ਅਡੰਬਰ ਰਚਾਇਆ, ਕਹਿ ਲਓ ਵੀ ਕਿਉਂ ਆ, ਇਹ ਇਸ ਕਰਕੇ ਆ ਕਿ ਆਪਾਂ ਕਰਮ ਖੇਤਰ ਆਪਣਾ ਸਾਰਾ ਆਲੇ ਦੁਆਲੇ ਬਣਾਇਆ, ਉਸ ਕਰਕੇ ਅਸੀਂ ਜੀਵ ਹੰਸ ਜਿਹੜਾ ਨਾ ਸਾਡਾ ਆਤਮਾ, ਜੀਵ ਆਤਮਾ ਹੰਸ ਆ ਜਿਹੜਾ, ਉਹ ਮੈਲਾ ਹੋ ਗਿਆ। ਹਾਂਜੀ, ਮੈਲਾ ਹੋਇਆ ਮਾਇਆ ਦੇ ਨਾਲ, ਅਵਿਦਿਆ ਦੇ ਨਾਲ, ਸਾਡੇ ਕਰਮਾਂ ਦੇ ਨਾਲ। ਮੈਲੇ ਜੋਗੀ ਜੰਗਮ ਜਟਾ ਸਹੇਤ, ਮੈਲੀ ਕਾਇਆ ਹੰਸ ਸਮੇਤ ਜੀ, ਸਾਡੀ ਕਾਇਆ ਮੈਲੀ ਹੋ ਗਈ। ਹੰਸ ਮਤਲਬ ਜੀਵ ਆਤਮਾ ਸਮੇਤ ਮੈਲੀ ਹੋ ਗਈ। ਇਹ ਸਾਰਾ ਕੁਝ ਮੈਲੀ ਹੋ ਗਿਆ। ਤੇ ਕਹਿ ਕਬੀਰ ਤੇ ਜਨ ਪ੍ਰਵਾਨ, ਨਿਰਮਲ ਤੇ ਜੋ ਰਾਮੈ ਜਾਨ। ਜਿਹੜੇ ਪਰਮਾਤਮਾ ਨੂੰ ਜਾਣ ਲੈਂਦੇ ਉਹ ਨਿਰਮਲ ਹੋ ਜਾਂਦੇ ਨੇ, ਤੇ ਉਹ ਇਹ ਖਤਮ ਹੋ ਜਾਂਦਾ। ਹੁਣ ਮੈਂ ਥੋੜ੍ਹੀ ਜਿਹੀ ਇੱਕ ਐਗਜ਼ਾਮਪਲ ਦੱਸਦਾ। ਹਾਂਜੀ, ਨਿਆਏ ਸ਼ਾਸਤਰ ਲਓ ਜਾਂ ਸ਼ਾਖ ਸ਼ਾਸਤਰ ਲਓ, ਇਹਨਾਂ ਨੇ ਕਿਹਾ ਇਹ ਸ੍ਰਿਸ਼ਟੀ ਜਿਹੜਾ ਮਨੁੱਖ ਆ ਨਾ, ਉਹਨਾਂ ਨੇ ਪਰਮਾਤਮਾ ਦੀਆਂ ਦੋ ਸਥਿਤੀਆਂ ਦੱਸ ਦਿੱਤੀਆਂ। ਇੱਕ ਕਹਿੰਦੇ ਪਾਰ ਬ੍ਰਹਮ, ਆਪਣੇ ਕੋਲ ਲਾਸਟ 2 ਮਿੰਟ ਆ। ਅੱਛਾ, ਪਾਰ ਬ੍ਰਹਮ ਆ। ਇੱਕ ਕਹਿੰਦੇ ਈਸ਼ਵਰ ਆ, ਈਸ਼ਵਰ ਧਰਤੀ ਨੂੰ ਬਣਾਉਂਦਾ ਹੈ ਜੀ। ਤੇ ਉਹ ਈਸ਼ਵਰ ਜਦੋਂ ਮਾਇਆ ਦੇ ਨਾਲ ਰਲਦਾ ਨਾ, ਤੇ ਉਹ ਮਾਇਆ ਨਾਲ ਰਲ ਕੇ ਤੇ ਫਿਰ ਧਰਤੀ ਆਲਰੇਡੀ ਐਗਜ਼ਿਸਟ ਕਰਦੀ ਆ, ਉਹਨੂੰ ਇਹ ਬਣਾਉਂਦਾ। ਉਹ ਧਰਤੀ ਨੂੰ ਵੀ ਅਨਾਦੀ ਮੰਨਦੇ ਨੇ, ਈਸ਼ਵਰ ਨੂੰ ਵੀ ਅਨਾਦੀ ਮੰਨਦੇ ਆ, ਪਾਰ ਬ੍ਰਹਮ ਨੂੰ ਵੀ ਅਨਾਦੀ ਮੰਨਦੇ ਆ। ਪਰ ਗੁਰੂ ਸਾਹਿਬ ਨੇ ਕਿਹਾ ਸਿਰਫ ਇੱਕੋ ਹੀ ਅਨਾਦੀ ਆ, ਬਾਕੀ ਸਾਰੇ ਉਹਦੇ ਕ੍ਰੀਏਟਡ ਨੇ, ਉਹ ਅਨਾਦੀ ਨਹੀਂ ਹੈਗੇ। ਸੋ ਜੀਵ ਆਤਮਾ ਦਾ ਸਿਰਫ ਇੰਨਾ ਹੀ ਆ ਕਿ ਇਹ ਜਿੱਦਾਂ ਗੁਰੂ ਸਾਹਿਬ 10ਵੇਂ ਪਾਤਸ਼ਾਹ ਨੇ ਐਗਜ਼ਾਮਪਲ ਦਿੱਤੀ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ। ਬਿਲਕੁਲ, ਕਈ ਅੱਗ ਤੋਂ ਚੰਗਿਆੜੇ ਉੱਠਦੇ ਨੇ, ਨਿਆਰੇ ਨਿਆਰੇ ਹੋਏ ਕਹੇ ਫਿਰ ਆਗ ਮੇ ਮਲਾਏਂਗੇ। ਹਾਂਜੀ, ਨਿਆਰੇ ਨਿਆਰੇ ਵੱਖਰੇ ਵੱਖਰੇ ਹੋ ਕੇ ਫਿਰ ਉਹ ਪਰਮਾਤਮਾ ਵਾਂਗੂ, ਜਿੱਦਾਂ ਪਰਮਾਤਮਾ 'ਚ ਆਤਮਾ ਚਲੇ ਜਾਂਦੀ, ਇਸੇ ਤਰ੍ਹਾਂ ਇੱਥੋਂ ਹੀ ਆਪਾਂ ਗੱਲ ਦੁਬਾਰਾ ਸ਼ੁਰੂ ਕਰ ਲਵਾਂਗੇ। ਮੈਂ ਕਿਹਾ ਜੋ ਤੁਸੀਂ ਕਿਹਾ ਮੈਨੂੰ ਥੋੜ੍ਹਾ ਜਿਹਾ ਗੁਰਬਾਣੀ ਨਾਲ ਜੋੜ ਕੇ ਸਮਾਂ ਪੁਜਾ ਕਰਦੇ ਹਾਂ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਮਨ ਤੇ ਆਤਮਾ ਦਾ ਜਿਹੜਾ ਮੂਲ ਇੱਕੋ ਹੀ ਆ। ਜਦੋਂ ਆਤਮਾ ਮੈਲੀ ਹੋ ਜਾਂਦੀ ਸਾਡੇ ਅੰਦਰ ਆ ਕੇ, ਇੱਦਾਂ ਕਰੋ ਆਤਮਾ ਵੈਸੇ ਮੈਲੀ ਨਹੀਂ ਹੁੰਦੀ, ਪਰ ਗੱਲ ਕਰਨ ਲਈ ਕਿਉਂਕਿ ਗੱਲ ਸ਼ਬਦਾਂ 'ਚ ਹੀ ਕਰਨੀ ਪਊਗੀ, ਉਹ ਮਨ ਦਾ ਰੂਪ ਬਣ ਜਾਂਦੀ ਆ। ਮਨ ਤੋਂ ਗਾਰ ਬੱਟਿਆ ਗਰਭ ਲੱਦਿਆ ਜਾਏ, ਜਦੋਂ ਗਰਭ ਬੱਟਿਆ ਆ, ਗਰਭ ਲੱਦਿਆ, ਉਹ ਮਨ ਰੂਪ ਆ।
ਪਰ ਜਦੋਂ ਮਨ ਜੋਤ ਸਰੂਪੀ ਹੋ ਜਾਂਦਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਉਹੀ ਆਤਮਾ ਹੈ। ਸੋ ਇਹ ਫਰਕ ਜਿਹੜਾ ਆ ਸਾਨੂੰ ਗੁਰਬਾਣੀ ਦੇ ਵਿੱਚੋਂ ਇਹ ਸਮਝ ਆਉਂਦਾ ਆ। ਇੱਥੇ ਜਿੱਥੇ ਗੱਲ ਛੱਡੀ, ਇੱਥੋਂ ਹੀ ਗੱਲ ਅਗਲੇ ਐਪੀਸੋਡ ਤੋਂ ਸ਼ੁਰੂ ਕੀਤੀ ਜਾਵੇਗੀ। ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡੀ ਬੇਨਤੀ ਮੰਨ ਕੇ ਜਿਹੜਾ ਤੁਸੀਂ ਇਹ ਬੜਾ ਔਖਾ ਸਬਜੈਕਟ ਹੈ ਜਿੱਤੇ ਗੱਲ ਕੀਤੀ ਜਾ ਰਹੀ ਹੈ, ਬਹੁਤ ਘੱਟ ਗੱਲ ਕੀਤੀ ਜਾਂਦੀ ਹੈ, ਪਰ ਸੰਗਤ ਨੂੰ ਬੇਨਤੀ ਹੈ ਤੁਸੀਂ ਜੁੜੇ ਰਹੋ ਤਾਂ ਕਿ ਇਸ ਗੱਲ ਨੂੰ ਆਪਾਂ ਸਮਝ ਕੇ ਆਪਣੀ ਜਗਿਆਸੂ ਬਿਰਤੀ ਨੂੰ ਸ਼ਾਂਤ ਕਰਕੇ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ, ਪ੍ਰਭੂ ਦੇ ਨਾਲ ਜੁੜ ਸਕੀਏ, ਉਹਦੇ ਅੰਸ਼ ਬਣ ਸਕੀਏ ਜੀ। ਆਓ ਇੱਕ ਵਾਰੀ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।